बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स में शाहिद अली अवान की जानिब से खुश आमदीद। नाजरीन, आज हम एक बार फिर हाजी अब्दुल गनी साहब के डेरे पे मौजूद हैं। उनसे हम डेयरी बिज़नेस के हवाले से बहुत मुफीद मालूमात लेने जा रहे हैं। नस्ल दर नस्ल ये कारोबार करने वाले ये बुजुर्ग 80 साल तजर्बा रखते हैं इस फील्ड में। उनसे हम डेयरी फार्म बिज़नेस की फ़िज़िबिलिटी जानने की कोशिश करेंगे। हम उनसे पूछेंगे इनके चारे के बारे में, इनकी रोज़ाना की रूटीन के बारे में, इनकी पालने के हवाले से छोटी छोटी टिप्स जानेंगे। इनके शेड के हवाले से मालूमात ली जाएंगी। इनके शेड को किस तरह फैसिलिटेटेड बनाया जा सकता है, किस तरह मैक्सिमम दूध लिया जा सकता है, ये सारी बातें इस वीडियो में हैं। और अगर आप ये सारी बातें जानना चाहते हैं तो वीडियो को एंड तक देखना होगा। अगर आपको वीडियो अच्छी लगे तो इसको लाइक, कमेंट और शेयर करना मत भूलिए। चैनल को सब्सक्राइब करके बेल आइकन दबाइए ताकि हर नई आने वाली वीडियो की इत्तला आप तक टाइमली पहुंच सके। तो चलें वीडियो प्रॉपर्ली स्टार्ट करते हैं। अस्सलाम वालेकुम। वालेकुम सलाम। चाचा की हाल चाल है? अल्लाह दा बड़ा करम है। चाचा अपना तारुफ करा दे। अब्दुल गनी, हाजी अब्दुल गनी, ठीक है। बलचौरी खां, कौम गुजर, साकन बड़ियाना। माशाल्लाह। चाचा जी किन्ने के जानवर रखे जे? डंगर जानवर साढ़े को घटते बढ़ते रहते हैं। इस वक्त भी कोई मेरा ख्याल है अंदाजन को 35 होने ना, 5-4 गाइयां होनियां। केड़ी नस्ल के जानवर रखे जे? असा मुख्तलिफ नस्ल सारियां, ठीक है। कोई साहिवाल दी विच है न, ठीक है। बाकी है कि नीली दी मज भी विच है न। ठीक है। शक्ल शुआद का सानू की पता है हुण, क्योंकि बीड़ क्रॉस हो गया, सानू ये नहीं पता पछाण किते अगे है सन जूआ दियां। जी जी। ते ज्यादा नूर शाह दी अकाड़े दी। ਤੁਸੀਂ ਇਹਨਾਂ ਨੂੰ ਜਾਨਵਰਾਂ ਨੂੰ ਕਿੰਨੀ ਜਗ੍ਹਾ 'ਚ ਰੱਖਿਆ ਹੈ? ਇਹ ਦਾਦਾ ਕਰ ਲੋ ਕਿ ਕਮ ਦੇ ਕਮ ਅਸੀਂ ਇੱਕ ਮੈਂ ਨੂੰ ਰਾਤ ਦੇ ਟਾਈਮ ਜਗ੍ਹਾ ਦੋ ਲੈਣੀ ਹੈ ਨਾ ਬਾਕੀ ਜੀ 6-7 ਫੁੱਟ ਚਾਹੀਦੀ ਉਹਨੂੰ ਅੰਦਰ ਢਾਰੇ 'ਚ ਬੰਦੀ। 7 ਫੁੱਟ ਢਾਰੇ 'ਚ ਬੰਨੀ ਨੂੰ? 6 ਵਿੱਚ 6 ਫੁੱਟ। ਤੇ ਬਾਹਰ ਦਾ ਕੋਈ ਪਤਾ ਨਹੀਂ, ਜੁੜ ਕੇ ਬੈਠੀਆਂ ਹੁਣ, ਖੁੱਲਾ ਥਾਂ ਹੋਏ ਖੁੱਲਾ ਕਰ ਛੜਿਆ। ਰਾਤ ਨੂੰ ਸਾਲ ਦੇ ਵਿੱਚ ਕਮ ਦੇ ਕਮ 6 ਫੁੱਟ ਥਾਂ ਮੈਨੂੰ ਚਾਹੀਦਾ। ਠੀਕ ਹੈ। ਜਾਨਵਰਾਂ ਦਾ ਢਾਰਾ ਲੋਹੇ ਦਾ ਹੋਣਾ ਚਾਹੀਦਾ ਹੈ, ਸੀਮੈਂਟ ਦਾ ਹੋਣਾ ਚਾਹੀਦਾ ਹੈ ਕਿ ਕੱਚਾ ਹੋਣਾ ਚਾਹੀਦਾ? ਕੱਚਾ ਹੋਣਾ ਚਾਹੀਦਾ। ਠੀਕ ਹੈ। ਜੇ ਤੇ ਸ਼ਤੀਰ ਬਾਲੇ ਪਏ ਹੋਣ, ਠੀਕ ਹੈ, ਕਿਉਂਕਿ ਉਹਦੀ ਹੀਟ ਪੈਂਦੀ ਹੈ। ਠੀਕ ਹੈ। ਸਮਝ ਗੱਲ ਇਹ ਚੀਜ਼। ਅੱਛਾ ਆਈ ਸਾਹਿਬ ਇਹ ਦੱਸਿਓ ਕਿ ਤੁਸੀਂ ਇਹ ਜਾਨਵਰ ਕਿੱਥੋਂ ਖਰੀਦਦੇ ਹੋ? ਅਸੀਂ ਮਤਲਬ ਮੁਖਤਲਿਫ ਮਤਲਬ ਜਿਹੜੇ ਨਾ ਹੋਣ, ਜਿਹੜੇ ਜਾਨਵਰ ਲੈਂਦੇ ਆ, ਵਪਾਰੀ ਆਉਂਦੇ ਨੇ, ਆਪੇ ਵੀ ਜਾਂਦੇ ਆ, ਕਾੜੇ ਜਾਣਾ, ਆਪੇ ਜਾਣਾ ਕਾੜੇ, ਉੱਥੇ ਜਾ ਕੇ ਮਤਲਬ ਵਪਾਰੀਆਂ ਦੱਸਿਆ ਫਲਾਣੀ ਆਪਣੀ ਪਸੰਦ ਦੀ ਉੱਥੋਂ ਲੈ ਆਈ ਦੀ। ਕੋਸ਼ਿਸ਼ ਕਰੀ ਦੀ ਹੈ, ਕਿਉਂਕਿ ਜਿਹੜੀਆਂ ਮੈਂ ਲਿਆਂਦੀਆਂ ਮੇਰੀਆਂ ਮੱਝਾਂ ਅਜੇ ਵੀ ਜਿਹੜੀਆਂ ਨਾ 4-4 ਮਹੀਨੇ 5-5 ਸੂਈਆਂ ਦੁੱਧ ਅਜੇ ਵੀ 14-14 ਕਿਲੋ 12-12 ਕਿਲੋ ਕਰਦੀਆਂ ਨੇ ਪਈਆਂ। ਠੀਕ ਹੈ। ਠੀਕ ਹੋ ਗਿਆ। ਇਹ ਚੀਜ਼ ਹੈ। ਅੱਛਾ ਆਈ ਸਾਹਿਬ ਇਹ ਦੱਸੋ ਕਿ ਅਗਰ ਇੱਕ ਨਵਾਂ ਬੰਦਾ ਜਾਨਵਰ ਲੈਣ ਜਾਂਦਾ ਹੈ, ਉਹਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਉਹਨੂੰ ਜਾਨਵਰ ਅੱਛਾ ਮਿਲੇ? ਇਹ ਖੁਦਾ ਵੱਲੋਂ ਹੀ ਹੈ, ਜੀ ਵਪਾਰੀ ਨਹੀਂ ਕਦੇ ਸੱਚੀ ਗੱਲ ਕੀਤੀ। ਠੀਕ ਹੈ। ਸਾ ਉਹਦੇ ਦਿਲ ਨੂੰ ਲੱਗ ਗਿਆ, ਕੋਈ ਸਿਆਣਾ ਬੰਦਾ ਨਾਲ ਲੈ ਜਾਏ, ਕੋਈ ਜੂਹ ਦੀ ਡੰਗਰ ਵੇਖ ਲੈ, ਕਿਉਂਕਿ ਹੁਣ ਹਰ ਚੀਜ਼ ਦੀ ਸਜਾਵਟ ਦੇਵੇ। ਠੀਕ ਹੈ। ਇਨਸਾਨੀਅਤ ਜਾਨਵਰ ਵੀ ਸਾਰੇ ਹੁਣ ਸ਼ਕਲ ਸ਼ਿਕਾਇਤ ਜਿਹੜੀ ਹੈ ਨਾ ਹੁਣ ਇਹ ਬਣ ਗਈ ਹੈ, ਮਤਲਬ ਇਹਦੇ 'ਚ ਮੇਕਅਪ ਤੇ। ਜੀ ਜੀ। 15 ਕਿਲੋ ਦੁੱਧ ਦੇਣ ਵਾਲੀ ਸਿਹਤਮੰਦ ਦੂਸਰੇ ਤੀਸਰੇ ਸੂਬੇ ਵਾਲੀ ਮੱਝ ਕਿੰਨੇ ਦੀ ਮਿਲ ਜਾਂਦੀ ਹੈ? ਉਹ ਤਕਰੀਬਨ 2-2.5 ਦੀ ਮਿਲੇਗੀ 2 ਮੌਜੂਦਾ ਟਾਈਮ ਤੇ। ਠੀਕ ਹੈ। ਤੁਸੀਂ ਜਾਨਵਰਾਂ ਦੀ ਡੇਲੀ ਰੂਟੀਨ ਕੀ ਰੱਖੀ ਹੈ? ਕਿੰਨੀ ਵਜੇ ਪਾਣੀ ਪਿਲਾਉਂਦੇ ਹੋ, ਕਿੰਨੀ ਵਾਰੀ ਨਵਾਉਂਦੇ ਹੋ, ਕਿੰਨੀ ਦਫਾ ਪੱਠੇ ਪਿਲਾਉਂਦੇ ਹੋ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ? ਅਸੀਂ ਸਵੇਰ ਜਦੋਂ ਚੋਣੀਆਂ ਨਾ ਪਹਿਲਾਂ ਕੋਸ਼ਿਸ਼ ਕਰਨੀ ਹੈ ਕਿ ਉਹਨੂੰ ਪਾਣੀ ਪਿਆ ਲਈਏਗਾ। ਮੈਂ ਜਿਹਨੇ ਪਾਣੀ ਰਾਤ ਦਾ ਨਹੀਂ ਪੀਤਾ, ਇਹਨੂੰ ਪਾਣੀ ਵਹਾ ਲਓ, ਜਾਂ ਕੋਲ ਹੀ ਚ ਰਹੀ ਹੋਣੀ ਉਹਨੇ ਜਰਾ ਖਿੱਚ ਕਰਨੀ, ਮੈਨੂੰ ਪਾਣੀ ਪਿਆਓ, ਪਾਣੀ ਪਿਆ ਕੇ ਚੋਣੀਆਂ ਭਾੜਾ ਪਾ ਕੇ। ਮੇਰਾ ਆਪਣਾ ਅਸੂਲ ਆਪਣੀ ਡੇਅਰੀ ਦਾ ਕਿ ਅਸੀਂ ਭਾੜਾ ਪਾ ਕੇ ਡੰਗਰ ਨੂੰ ਪੱਠੇ ਨਹੀਂ ਪਾਣੇ। ਪਹਿਲੇ ਚੋਣੀਆਂ ਫਿਰ ਪੱਠੇ ਖਾਣਗੀਆਂ। ਸੁਬਾਹ ਚੋ ਕੇ ਪੱਠੇ ਪਾ ਦੇਣੇ, ਉਧਰੋਂ ਜਦੋਂ ਜ਼ੋਹਰ ਦੀ ਨਮਾਜ਼ ਪੜ੍ਹ ਲੈਣੀ ਹੈ ਤੇ ਪੱਠੇ ਪਾਣੇ। ਪਾਣੀ ਪਿਆ ਕੇ ਪਿੱਛੇ ਬਣ ਕੇ ਫਿਰ 4 ਵਜੇ ਚੁਆਈ ਸ਼ੁਰੂ ਕਰ ਲੈਣੀ। ਠੀਕ ਹੋ ਗਿਆ। ਅੱਗੇ ਸਰ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਫੀ ਜਾਨਵਰ ਪੱਠਿਆਂ ਦਾ ਖਰਚਾ ਕਿੰਨਾ ਆ ਜਾਂਦਾ? ਉਹ ਅਸਲ ਵਿੱਚ ਜੇ ਖੁਰਾਕ ਸਹੀ ਹੋਏ ਤੇ ਮਨ ਡੇਢ ਜਿਹੜੀ ਹੈ ਨਾ ਉਹ ਕਾਫੀ ਇੱਕ ਮੱਝ। ਠੀਕ ਹੈ। ਇੱਕ ਜਾਨਵਰ ਪੱਠਾ ਜਿਹੜਾ ਹਰਾ ਹੈ। ਠੀਕ ਹੈ। ਤੂੜੀ ਜਿਹੜੀ ਹੈ ਨਾ ਉਹ 10 ਕਿਲੋ ਬੜੀ। ਠੀਕ ਹੈ। 8 ਪੈਰਾਂ 'ਚ 24 ਘੰਟਿਆਂ 'ਚ। ਠੀਕ ਹੈ। ਹਾਂ 5 ਕਿਲੋ ਵੰਡਾ? ਹਾਂਜੀ 5-6 ਕਿਲੋ ਵੰਡਾ ਇੱਕ ਮੱਝ। 10 ਕਿਲੋ ਤੂੜੀ, 5 ਕਿਲੋ ਵੰਡਾ, 1 ਮਣ ਹਰਾ। ਅਗਰ ਸਟਾਲਾ ਤੁਹਾਡੀ ਫੀਡ ਅੱਛੀ ਹੈ ਤੇ ਪੱਠਾ ਅੱਛਾ। ਹਾਂਜੀ ਹਾਂਜੀ। ਇਹਦਾ ਕੁੱਲ ਮਿਲਾ ਕੇ ਖਰਚਾ ਕਿੰਨਾ ਕੁ ਬਣ ਜਾਂਦਾ ਇੱਕ ਜਾਨਵਰ ਦਾ? ਅੰਦਾਜ਼ਾ ਕਰ ਲਓ
ਚਲੋ ਬਈ ਜੇ ਤੇ ਆਪਣੇ ਮੁੱਲ ਆਪਣੇ ਇਲਾਕੇ ਦੇ ਰੇਟ ਦੇ ਹਿਸਾਬ ਨਾਲ ਅੰਦਾਜ਼ਾ ਤੁਸੀਂ ਕਰ ਸਕਦੇ ਹੋ। ਸਾਡੇ ਮਤਲਬ ਜਿਹੜਾ ਨਾ ਮੱਝ ਬਚਾਉਂਦੀ ਕੁਝ ਨਹੀਂ। ਠੀਕ ਹੈ, ਹਾਂ ਠੀਕ ਹੋ ਗਿਆ। ਮਜ਼ਦੂਰ ਕਿੰਨੇ ਕੁ ਚਾਹੀਦੇ ਹੁੰਦੇ ਨੇ ਕਿੰਨੇ ਜਾਨਵਰਾਂ ਉੱਤੇ ਕੰਮ? ਕਮ ਦੇ ਕਮ ਜਿਹੜੀ ਹੈ ਨਾ, ਹੁਣ ਅਸੀਂ ਤਸਵੀਰ ਕਰ ਰਹੇ ਹਾਂ ਨਾ ਜੀ ਜੀ, ਅਸੂਲੀ ਬਾਤ ਤੇ 5-6 ਮੱਝਾਂ ਹੋਣ ਤੇ ਇੱਕ ਬੰਦਾ ਚਾਹੀਦਾ। 6 ਮੱਝਾਂ ਤੇ ਇੱਕ ਆਦਮੀ। ਠੀਕ। ਅੱਜ ਕੱਲ ਫੀ ਬੰਦੇ ਦੀ ਮੰਥਲੀ ਤਨਖਾਹ ਕਿੰਨੀ ਕੁ ਚੱਲ ਰਹੀ ਹੈ? 15,000 ਤੇ ਫਿਕਸ ਨਾ, 15,000 ਫਿਕਸ, ਕੋਈ ਉੱਤੇ ਲੈ ਜਾਂਦਾ ਕੋਈ ਥੱਲੇ ਲੈ ਜਾਂਦਾ, ਪਲੱਸ ਉਹਦੇ ਐਡੀਸ਼ਨਲ ਐਕਸਪੈਂਸਿਸ, ਰਹਾਇਸ਼, ਖਾਣਾ ਪੀਣਾ, ਜੇਬ ਖਰਚ ਉਹ ਮਾਲਕ ਨੇ ਦੇਣਾ। ਮਾਲਕ ਨੇ ਦੇਣਾ। ਠੀਕ ਹੋ ਗਿਆ। ਉਹਨੇ ਸਿਰਫ ਬੈਂਕ ਬੈਲੈਂਸ ਉਹਦਾ 15,000, ਠੀਕ ਹੈ, ਸਿਗਰਟ ਵੀ ਮਾਲਕ ਨੇ ਦੇਣੇ ਨੇ, ਉਹਦਾ ਖਾਣਾ ਪੀਣਾ ਮਾਲਕ ਨੇ, ਕੱਪੜਾ ਜੁੱਤੀ ਆਉਣ ਜਾਣ ਦਾ ਕਿਰਾਇਆ ਮਾਲਕ ਨੇ ਦੇਣਾ। ਅੱਛਾ, ਇਸ ਸਭ ਦੱਸੋ ਕਿ ਇੱਕ ਮੱਝ ਜਿਹੜੀ ਹੁੰਦੀ ਹੈ ਉਹ ਕਿੰਨੇ ਸੂਏ ਦੁੱਧ ਦਿੰਦੀ ਹੈ? ਇਹ ਕਮ ਦੇ ਕਮ ਆਪਣਾ ਆਪਣਾ ਹਿਸਾਬ ਸਾਂਭ ਦੀ ਗੱਲ ਹੁੰਦੀ ਹੈ। ਕਈਆਂ ਲੋਕਾਂ ਕੋਲ ਤੀਜੇ ਸੂਏ ਹੀ ਇੰਜ ਹੁੰਦੀ ਹੈ ਜਿਹੜੀ ਮਾਈ ਬਣ ਗਈ ਹੈ। ਸਾਡੇ ਕੋਲ ਮੇਰੀ ਆਪਣੀ ਡੇਅਰੀ ਦੇ ਉੱਤੇ 10 ਸੂਏ ਦੇ ਮੱਝ ਨੂੰ ਕੁਝ ਨਹੀਂ ਹੁੰਦਾ। ਠੀਕ ਹੈ। ਉਹ ਤੁਸੀਂ ਜਿਹੜੀ ਕੋਈ ਕਰਦੇ ਹੋ ਵਾਲਾ ਕੰਮ ਇhtiyati ਤਦਾਬੀਰ ਕਿ ਤੁਹਾਡੀ ਮੱਝ ਜਿਹੜੀ ਉਹ 10 ਸੂਏ ਸੇ ਦਾ ਸਹੀ ਦੁੱਧ ਦਿੰਦੀ ਹੈ? ਅਸੀਂ ਉਹਨੂੰ ਮਤਲਬ ਹੈ ਉਹਦੀ ਸਿਹਤ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨੇ ਆ। ਠੀਕ ਹੈ, ਮੱਝ ਜਦੋਂ ਜਾਏਗੀ ਮਤਲਬ ਉਹਦੀ ਖੁਰਾਕ ਤੋਂ ਜਾਏਗੀ। ਠੀਕ ਹੈ, ਗੱਲ ਸਮਝਿਓ। ਠੀਕ ਹੈ। ਅਗਰ ਉਹਦੀ ਖੁਰਾਕ ਬਿਲਕੁਲ ਮਕੂਲ ਜੀ ਉਹਦੀ ਚੱਲਦੀ ਰਹੇ ਜੀ। ਤੇ ਮੱਝ ਨਹੀਂ ਡੋਲਦੀ। ਯਾਨੀ ਸੂਈ ਹੈ ਜਾਂ ਨਹੀਂ ਸੂਈ, ਪੂਰਾ ਸਾਲ ਉਹਨੂੰ ਪੱਠੇ ਅੱਛੀ ਖੁਰਾਕ ਦਿੰਦੇ ਰਹੋ ਤੇ ਜਾਨਵਰ ਤੁਹਾਡਾ ਬਰਕਰਾਰ ਰਹੇਗਾ। ਇੱਥੇ ਇੱਕ ਹੋਰ ਸਵਾਲ ਹੈ, ਝੋਟੀ ਬੰਦਾ ਖਰੀਦੇ, ਫਰਜ਼ ਕਰੋ ਸਾਲ ਦੀ ਝੋਟੀ ਖਰੀਦ ਲੈ, ਕਿੰਨੇ ਚਿਰ ਬਾਅਦ ਉਹ ਸੂਣ ਵਾਲੀ ਹੁੰਦੀ ਹੈ ਤੇ ਫਿਰ ਕਿੰਨੇ ਚਿਰ ਬਾਅਦ ਸੂੰਦੀ ਹੈ? ਮੇਰੀ ਆਪਣੀ ਡੇਅਰੀ ਦੇ ਵਿੱਚ 2 ਸਾਲ ਦੀ ਨਵੀਂ ਹੋ ਜਾਂਦੀ ਹੈ, 3 ਸਾਲ ਦੀ, 3.25 ਸਾਲ ਦੀ ਸੂਈ ਜਾਂਦੀ ਹੈ। ਮਗਰ ਬਾਅਦ ਕਾਰ ਲੋਕਾਂ ਦਾ ਵੇਖਿਆ ਕਿ 2.5-3 ਸਾਲ ਤੋਂ ਬਾਅਦ ਉਹ ਮਤਲਬ ਜਾ ਕੇ ਨਵੀਂ ਹੋਏਗੀ ਤੇ ਫਿਰ ਸੂਏਗੀ 4 ਸਾਲ 4.5 ਸਾਲ ਦੀ। ਠੀਕ ਹੈ। ਇਹ ਦੀ ਟਿਪ ਤੁਸੀਂ ਦੱਸੀ ਹੈ ਕਿ 2 ਸਾਲ ਦੀ ਮੱਝ ਸੂੰਦੀ ਹੈ, ਇਹ ਕਿਸੇ ਫਾਰਮਰ ਨਾਲ ਹੈ। ਇੱਥੇ ਕੀ ਕਰਦੇ ਹੋ ਕਿ ਤੁਹਾਡੀ ਮੱਝ 2 ਸਾਲ ਦੀ ਸੂਣ ਵਾਲੀ ਹੋ ਜਾਂਦੀ ਹੈ? ਉਹ ਇਸ ਤਰ੍ਹਾਂ ਕਿ ਮਾਲ ਡੰਗਰ ਦੇ ਵਿੱਚ ਜਿਹੜੀਆਂ ਮੱਝਾਂ ਜਿਹੜੀਆਂ ਚੁਆਈ ਵਾਲੀਆਂ ਮੱਝਾਂ ਦੁੱਧ ਵਾਲੀਆਂ, ਉਹਨਾਂ ਦੇ ਵਿੱਚ ਹੀ ਉਹਨੇ ਪੱਠਾ ਦੱਥਾ ਖਾਣਾ ਹੈ। ਸਾਡੇ ਅਕਸਰ ਰਿਵਾਜ ਹੋ ਗਿਆ ਕਿ ਜਿਹਨੇ ਦੁੱਧ ਨਹੀਂ ਦੇਣਾ, ਜਿਹੜਾ ਮਸਲਾ ਕੋਈ ਨਹੀਂ ਕਰਨਾ, ਉਹਨੂੰ ਪਾਣਾ ਕੁਝ ਨਹੀਂ, ਔਖਰ ਚੋਖਰ ਪਹਾੜੇ ਸਾਈਡ ਤੇ ਬੰਨ ਛੜਿਆ। ਉਹਨਾਂ ਦਾ ਸੈਕਸ਼ਨ ਹੀ ਵੱਖਰਾ ਬਣਾ, ਉਹਨਾਂ ਸੈਕਸ਼ਨ ਹੀ ਵੱਖਰਾ ਕਰ ਛੜਿਆ। ਸਾਡਾ ਨਾਲ ਹੀ ਚੱਲਣਾ। ਠੀਕ ਹੈ। ਯਾਨੀ ਤੁਸੀਂ ਅਗਰ ਆਪਣੀ ਹੀਫਰ ਨੂੰ ਝੋਟੀ ਨੂੰ ਜਲਦੀ ਸਵਾਉਣਾ ਚਾਹੁੰਦੇ ਹੋ ਤੇ ਫਿਰ ਉਹਨੂੰ ਖੁਰਾਕ ਚੰਗੀ ਪਾਓ ਤੇ ਤੁਹਾਡੀ ਝੋਟੀ 2 ਸਾਲ ਦੀ ਸੂਣ ਵਾਲੀ ਹੋ ਜਾਏਗੀ। 2 ਸਾਲ ਦੀ, ਉਹ ਮਤਲਬ ਜਿਹੜੇ ਨਾ ਸੂਣ ਵਾਲੀ ਇਹ ਮੌਜੂਦਾ ਵਕਤ ਪਹਿਲੇ ਹੁੰਦਾ ਸੀ 3-3.5 ਸਾਲ ਦੀ। ਠੀਕ ਹੈ, ਠੀਕ ਹੈ। 2 ਸਾਲ ਦੀ ਜਿਹੜੀ ਝੋਟੀ ਸੂਣ ਵਾਲੀ ਹੋਣੀ ਉਹਦੀ ਤੇ ਪਾਉਂ 12 ਨੇ, ਤੇ ਇਹ ਝੋਟੀ ਸਾਲ ਦੀ ਝੋਟੀ ਲੱਭ ਕਿੰਨੇ ਦੀ ਜਾਂਦੀ ਹੈ? ਇਹ ਤਕਰੀਬਨ ਕਿਸੇ ਨੇ ਸੇਵਾ ਪਿੱਛੇ ਕੀਤੀ ਹੋਏ ਜੀ ਤੇ ਬੜੀ ਵੀ ਘੱਟ ਲੱਭੇਗੀ ਤੇ ਤੁਹਾਨੂੰ 35-40 ਦੀ ਲੱਭਣੀ। ਠੀਕ ਹੈ। ਹੋ ਸਕਦਾ 50 ਦੀ ਮਿਲੇ। ਸਿਹਤ ਦੇਖਣਾ, ਸਿਹਤ ਤੇ ਯਾਨੀ 35 ਤੋਂ 50 ਤੱਕ। ਹਾਂ, ਠੀਕ ਹੋ ਗਿਆ। ਅੱਛਾ, ਇਹ ਸਭ ਦੱਸਿਓ ਤੁਹਾਡੇ ਕੋਲ ਤਕਰੀਬਨ 35 ਜਾਨਵਰ ਨੇ, ਇਹਨਾਂ ਚੋਂ ਕਿੰਨੇ ਜਾਨਵਰ ਦੁੱਧ ਦਿੰਦੇ ਨੇ ਤੇ ਕਿੰਨਾ ਡੇਲੀ ਦਾ ਦੁੱਧ ਹੋ ਜਾਂਦਾ? ਸਾਡਾ ਦੁੱਧ 70 ਤੇ 70 140 ਕਿਲੋ ਬੱਚੇ ਦਾ ਵੱਡੇ ਦਾ ਹੁੰਦਾ। ਮੈਂ ਆਪਣੀ ਇੱਥੇ ਗੱਲ ਕਰਨਾ ਕਿ ਸਾਡੇ ਕੋਲ ਦੁੱਧ ਇਸ ਵਕਤ 2.5 ਮਣ ਹੈ। ਕਿੰਨੇ ਜਾਨਵਰਾਂ ਦਾ? ਕਿੰਨਾ ਬਣਿਆ ਜੀ? ਕਿੰਨੇ ਜਾਨਵਰਾਂ ਤੋਂ 2.5 ਮਣ ਬਣਿਆ? 2.5 ਮਣ ਦੁੱਧ 100 ਕਿਲੋ ਬਣਦਾ। 100 ਕਿਲੋ ਬਣਦਾ ਨਾ ਜੀ। ਸਾਡੇ ਡੰਗਰ ਨੂੰ ਮਤਲਬ 12 ਸੂਏ ਨੇ। 12 ਚੋਏ ਤਾਜ਼ੇ ਨਹੀਂ, ਉਹ ਵੀ ਕੋਈ 4 ਮਹੀਨਿਆਂ ਦਾ, ਕੋਈ 6 ਮਹੀਨਿਆਂ ਦਾ, ਕੋਈ 3 ਮਹੀਨਿਆਂ ਦਾ, ਤਾਜ਼ਾ ਕੋਈ ਨਹੀਂ। ਠੀਕ ਹੈ। ਹਾਂ, ਤੇ ਇਹਨਾਂ ਦਾ 100 ਕਿਲੋ ਤੁਸੀਂ 100 ਕਿਲੋ ਸਵੇਰ ਸ਼ਾਮ ਦਿੰਦੇ ਹਾਂ। ਤੇ ਦੁੱਧ ਦਾ ਕੀ ਰੇਟ ਹੈ ਅੱਜ ਕੱਲ? ਮੈਂ ਇੱਥੇ 120 ਦੇ ਰਿਹਾ। ਦੁੱਧ ਦਾ ਰੇਟ ਵਧਿਆ, ਬਾਅਦ 'ਚ ਵਧਾਉਂਦਾ ਨਹੀਂ ਪਿਆ। ਸਦਰ ਜਿਹੜਾ ਸਾਡਾ ਇਸ ਵੇਲੇ ਸਿਆਲਕੋਟ ਦਾ ਜਿਹੜਾ ਬਣਿਆ ਉਹ ਬਦਮਾਸ਼ੀ ਕਰਦਾ ਪਿਆ, ਪੂਰੀ ਬਦਮਾਸ਼ੀ ਕਰਦਾ। ਮੈਂ ਬੜੇ ਵਾਰੀ ਇਹਨਾਂ ਨੂੰ ਆਖਿਆ, ਮੈਂ ਯਾਰ ਮੇਰੀ ਮੁਲਾਕਾਤ ਤੇ ਕਰਾਓ। ਫਿਰ ਮੈਂ ਸੋਚਣਾ ਕਿ ਮੇਰਾ ਇੱਥੇ ਘਰ 'ਚ ਲੱਗ ਜਾਂਦਾ, ਮੈਨੂੰ ਕੀ ਲੋੜ ਹੈ ਕਿਸੇ ਨਾਲ ਕਪੱਤ ਕਰਨ ਦੀ। ਬਾਰਾਂ ਵਜੇ ਮੈਂ ਦੱਸਣ ਮੈਨੂੰ ਤੇ ਮੈਂ ਉਹਨੂੰ ਕਰ ਤੇ ਲੈਣਾ ਵਾ। ਅੱਲਾਹ ਤਾਲਾ ਨੇ ਹਿੰਮਤ ਵੀ ਦਿੱਤੀ ਹੈ। ਹਾਜੀ ਸਾਹਿਬ ਇੱਕ ਚੀਜ਼ ਵਾਜਾ ਕਰਿਓ, ਮੈਂ ਕਈ ਕਿਸਾਨ ਰੋਂਦੇ ਪਿੱਟਦੇ ਦੇਖੇ ਨੇ ਕਿ ਸਾਡਾ ਦੁੱਧ ਮਹਿੰਗਾ ਨਹੀਂ ਵਿਕਦਾ, 67 ਰੁਪਏ 70 ਰੁਪਏ 75 ਰੁਪਏ ਦਿੰਦੇ ਨੇ। ਮਾਸ਼ਾਅੱਲਾ ਲੋਕ ਤੁਹਾਡੇ ਕੋਲੋਂ ਮੰਗ ਰਹੇ ਕਿ ਘਰੋਂ ਆ ਕੇ ਲੈ ਜਾਂਦੇ ਨੇ 120 ਰੁਪਏ ਕਿਲੋ। 120 ਇਹਦੀ ਕੀ ਵਜ੍ਹਾ? ਮੈਂ ਅਰਜ਼ ਕਰਦੇ ਹਾਂ, ਮੇਰਾ ਰਿਕਾਰਡ ਹੈ, ਅਸੂਲ ਹੈ, ਦਾਣੇ ਵੀ ਲੋਕਾਂ ਨੂੰ ਦੇਈ ਦੇਣ, ਮੂੰਜੀ ਵੀ ਦੇਈ ਦੀ ਹੈ, ਪੱਠਾ ਦੱਥਾ ਵੀ ਦੇਈਦਾ ਹੈ, ਚੀਜ਼ ਪੂਰੀ ਦੇਣੀ ਹੈ, ਸਾਫ ਸੁਥਰੀ ਦੇਣੀ ਹੈ, ਗੰਦੀ ਨਹੀਂ ਦੇਣੀ। ਮਾਝਾ ਦੁੱਧ 120 ਰੁਪਏ ਦੇਣਾ ਮੈਂ, ਦੋਧੀ ਨੂੰ ਗਾਈ ਦਾ ਲਾ ਕੇ ਮੈਂ 80 ਰੁਪਏ ਦੇਣਾ। ਗੋਕਾ ਦੁੱਧ ਜਿਹੜਾ ਗਾਈ ਦਾ ਦੁੱਧ ਮੈਂ ਘਰਾਂ 'ਚ ਨਹੀਂ ਦੇਣਾ, ਵਾਪਸ ਭੇਜ ਛੜਾਂਗਾ, ਗਾਹਕ ਦੁੱਧ ਨਹੀਂ ਮੈਂ ਦੇਣਾ।
यानी रिप्यूट नहीं खराब करना। ठीक हो गया। एक सवाल साडा रह गया फिर एक सुनो ना जी। मेरा ऐलान है सियालकोट जिले ठीक है। माझा दुध मेरा जे लोगों का मतलब मेरा 18 स्टाका खोया कहानी का ना निकले मैं दुध का काम छड़ दिया। ओ जिंदाबाद जिंदाबाद सर जिंदाबाद। इन्होंने लोगों का 12 10 12 10 12 जो 70 75 रुपये दुध देंगे जी जी 10 12 10 12 खोया निकलना वो भी पूरा नहीं निकलना। क्या बात। ਇਹੋ ਹੀ ਦੁੱਧ ਮੈਂ ਦਿਆਂ ਗੋਕਾ ਵਿੱਚ ਗਾਈਆਂ ਆਪਣੀਆਂ ਦੇ ਵੀ ਪਾ ਕੇ ਦੇਵਾਂ ਮੇਰਾ ਮਤਲਬ 17 16 ਤੋਂ ਫਿਰ ਵੀ ਨਹੀਂ ਘਟੇਗਾ। ਪਿਓਰ ਮੱਝਾਂ ਦਾ ਘੱਲਾਂਗਾ 18 ਸਟਾਕ ਤੋਂ ਥੱਲੇ ਖੋਇਆ ਘੱਟ ਨਹੀਂ ਹੋਏਗਾ ਮੇਰਾ। ਜ਼ਿੰਦਾਬਾਦ ਜ਼ਿੰਦਾਬਾਦ। ਇਹਨੂੰ ਆਂਦੇ ਨੇ ਇਮਾਨਦਾਰ ਦੁੱਧ ਜਿਹੜਾ ਮੇਰੇ ਕੋਲ ਖੜਦਾ ਜ਼ਿੰਦਾ ਮਿਸਾਲ ਹੁਣ ਕਹੋ ਮੈਂ ਬੰਦੇ ਤੁਹਾਡੇ ਸਾਹਮਣੇ ਲਿਆ ਦੇਣਾ ਕਿਲੋ ਦੁੱਧ ਖੜ ਦੇਣ ਕਿਲੋ ਪਾਣਾ ਹੋਣਾ ਪਾਣੀ ਡੇਢ ਸੁਬਾਹ ਉਹਨਾਂ ਨੇ ਧਰਨਾ ਹੈ ਬੱਚਿਆਂ ਨੇ ਪੀ ਲੈਣਾ ਉਹਨਾਂ ਮਲਾਈ ਲਾ ਕੇ ਲਾਣੀ ਹੈ ਤੇ ਮਹੀਨੇ 'ਚ 5 ਕਿਲੋ 4 ਕਿਲੋ ਮੱਖਣ ਵੇਚਦੇ ਨੇ ਦੁੱਧ ਵੇਚਦੇ ਘਿਓ ਵੇਚਦੇ ਮੇਰੇ ਵਾਲੇ ਦੁੱਧ 'ਚੋਂ। ਯਾਨੀ ਦੁੱਧ ਦੀ ਤੁਹਾਡੀ ਕੁਆਲਿਟੀ ਅੱਛੀ ਹੈ ਜਿਹਦੀ ਵਜ੍ਹਾ ਤੋਂ ਤੁਹਾਨੂੰ ਅੱਛਾ ਰੇਟ ਮਿਲਦਾ ਹੈ। ਸਵਾਲ ਮੈਂ ਪੁੱਛਣ ਲੱਗਾ ਸਾਂ ਕਿ 35 ਜਾਨਵਰਾਂ ਵਾਸਤੇ ਕਿੰਨਾ ਕੁ ਚਾਰਾ ਕਾਸ਼ਤ ਕਰਨਾ ਚਾਹੀਦਾ ਕਿੰਨੇ ਕਿੱਲੇ ਕਿੰਨੀ ਤੂੜੀ ਹੋਣੀ ਚਾਹੀਦੀ ਸਟਾਰਟ ਇਹ ਹੁਣ ਅੰਦਾਜ਼ਾ ਕਰ ਲਓ ਕਿ ਮੇਰੇ ਕੋਲ ਡੰਗਰ ਇਸ ਵਕਤ 12 ਤੋਂ 14 ਤੋਂ 16 18 20 ਨਿੱਕੇ ਵੱਡੇ ਹਨ। ਠੀਕ ਹੈ। ਮੈਂ 5 ਕਿੱਲੇ ਜਵਾਰ ਬੀਜੀ ਠੀਕ ਹੈ। ਹੋ ਸਕਦਾ ਕਿਸੇ ਥੋੜ ਪੈ ਜਾਏ ਫਿਰ ਕੋਈ ਕਿੱਲਾ ਲੈਣੀ ਪੈ ਜਾਏ ਠੀਕ ਹੈ। ਕਿਉਂਕਿ ਪੱਠੇ ਦਾ ਮੈਂ ਡੰਗਰਾਂ ਦਾ ਮਸਲਾ ਜਿਹੜਾ ਨਾ ਤੁਹਾਨੂੰ ਪਹਿਲਾਂ ਦੱਸੀ ਕਿ ਗਜ਼ਾ ਪੂਰੀ ਦੇਣੀ ਹੈ। ਠੀਕ ਹੈ ਸਹੀ ਹੋ ਗਿਆ। ਅੱਛਾ ਹਾਜੀ ਸਾਹਿਬ ਤੁਹਾਡੇ ਇਸ ਸਾਈਡ 'ਚ ਥੱਲੇ ਰੇਤ ਨਜ਼ਰ ਆਉਂਦੀ ਹੈ ਭਈ ਪਰਲੇ ਪਾਸੇ ਪਰਲਾ ਹਿੱਸਾ ਪੱਕਾ ਹੈ ਇਹਦਾ ਕੀ ਵਜ੍ਹਾ ਤਸਮੀਆ ਕਿ ਇੱਥੇ ਰੇਤ ਪਾਈ ਔਰ ਪਰਲਾ ਪੱਕਾ ਰੱਖਿਆ ਹੈ? ਇਹ ਬਰਖੁਰਦਾਰ ਇਸ ਵਾਸਤੇ ਪਾਈ ਹੈ ਕਿ ਜੋ ਹੀ ਗਰਮੀਆਂ ਸ਼ੁਰੂ ਹੁੰਦੀਆਂ ਨਾ ਜੀ ਵਿਸਾਖ ਅੱਧ ਤੋਂ ਮਤਲਬ 15 16 ਵਿਸਾਖ ਨੂੰ ਸ਼ੁਰੂ ਹੋ ਜਾਂਦੀ ਜੀ ਜੀ ਹੀਟ ਜ਼ਿਆਦਾ ਹੁੰਦੀ ਹੈ ਹਾਂਜੀ ਸ਼ਦੀਦ ਗਰਮੀ ਹੁੰਦੀ ਹੈ ਹਾਂਜੀ ਜਿਹੜੇ ਮਾਲ ਡੰਗਰ ਵੱਛਾ ਜਿਹੜਾ ਨਾ ਇਹਦੀ ਗਰਮੀ ਦਾ ਮਤਲਬ ਸਬਬ ਥੋੜੀ ਜੀ ਮਤਲਬ ਇਹਨੂੰ ਸਕੂਨ ਵਾਸਤੇ ਰੇਤ ਤੇ ਮਿੱਟੀ ਲਾ ਕੇ ਸੁੱਟੀ ਹੈ। ਠੀਕ ਹੈ। ਖੁਰੀਆਂ ਬੜੀਆਂ ਤੋਂ ਵੇਖੀਆਂ ਹਾਂਜੀ ਅਸਾਂ ਇਹਨਾਂ ਦੇ ਸ਼ਾਮ ਨੂੰ ਪਾਣੀ ਤਰੋਮ ਛੱਡਣਾ ਇਸ ਜਗ੍ਹਾ ਤੇ ਠੀਕ ਹੈ ਕਿਉਂਕਿ ਇਹਦੀ ਜਿਹੜੀ ਹੀਟ ਹੈ ਜੀ ਜੀ ਤੇਜ਼ਾਬੀਅਤ ਜਿੰਨੀ ਵੀ ਹੈ ਉਹ ਇਹਦੀ ਠੰਡੀ ਕਰ ਦੇਣੀ ਖਤਮ ਕਰ ਦੇਣੀ ਠੀਕ ਹੈ। ਸਾਰਾ ਦਿਨ ਇੱਥੇ ਕੋਈ 4 ਘੰਟੇ 6 ਘੰਟੇ ਬੰਨਾਂਗੇ ਸਕੂਨ ਚ ਰਹਿਣਗੇ ਠੀਕ ਹੈ। ਗਰਮੀਆਂ ਖਾਸ ਕਰ ਗਰਮੀਆਂ ਮੌਸਮ ਠੀਕ ਹੈ। ਜਿਹੜਾ ਦੂਸਰਾ ਸ਼ੈੱਡ ਹੈ ਜੀ ਉਹਨੂੰ ਇਸ ਵਾਸਤੇ ਪੱਕਾ ਕੀਤਾ ਹੈ ਕਿ ਸਿਆਲ ਦੇ ਵਿੱਚ ਉੱਥੇ ਉਹਨਾਂ ਨੂੰ ਉੱਥੇ ਬਣਨਾ ਕਿ ਚਿੱਕੜ ਨਾ ਅੰਦਰ ਹੋਏਗਾ ਮਤਲਬ ਗੋਇਆ ਸ਼ੋਇਆ ਸਾਫ਼ ਹੋ ਜਾਏ। ਠੀਕ ਹੈ। ਹਾਜੀ ਸਾਹਿਬ ਇਹ ਜਿਹੜਾ ਸ਼ੈੱਡ ਨੂੰ ਤੁਸੀਂ ਐਡਾ ਠੰਡਾ ਔਰ ਅੱਛਾ ਫੈਸਿਲਿਟੇਟਡ ਬਣਾਇਆ ਕਿਆ ਇਹਦੇ ਨਾਲ ਦੁੱਧ 'ਚ ਫਰਕ ਪੈਂਦਾ? ਬੜਾ ਫਰਕ ਪੈਂਦਾ। ਅੱਛਾ ਜਿਹੜੀ ਮੱਝ ਮਤਲਬ 10 ਕਿਲੋ ਡੰਗ ਦਾ ਦੁੱਧ ਕਰੇਗੀ ਇਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਰੱਖੀ ਹੋਏਗੀ ਕਮ से कम वो 12 किलो करेगी। ठीक है। 2 किलो का फर्क है। ठीक हो गया ठीक हो गया। ये जो सामने ये दे रहे हैं इसमें ये ऑयल देसी तेल और मिर्चें हैं जो लाल मिर्चें हैं उसके दानेदार उसको रगड़ के मिक्स करके देते हैं। आधा पाव मिर्चें और 1 पाव तेल मिला के ये हफ्ते में 1 या 2 बार हर भैंस को देते हैं हर एक भैंस को। इससे इनको गर्मी नहीं होती और इनकी छोटी मोटी जो जरासीमी बीमारियाँ वो ख़त्म हो जाती हैं। ये इन्फॉर्मेशन भी इंटरव्यू से हट के बाबा जी ने मुझे दी, ये उनकी तरफ से ही है। इसको देने का तरीकाकार देख लें कैसे वो हाथ पहले सिंगल हाथ उसके अंदर घुमाता है और फिर उसके अंदर वो जो नल है वो उसके अंदर डाल के अंडेल देता है और वो भैंस के अंदर आराम से चली जाती है। ये वो लिक्विड सोल्यूशन है जो आपको सामने नज़र आ रहा होगा। ये जो ऑयल के अंदर मिर्चें मिक्स की हुई हैं एक एक को एक या दो नाल ये अपने हिसाब से दे देते हैं। ਅੱਛਾ ਇਸ ਸਭ ਦੱਸੋ ਕਿ ਜ਼ਿਆਦਾ ਫਾਇਦਾ ਮੱਝਾਂ ਵਿੱਚ ਕਿ ਗਾਵਾਂ ਵਿੱਚ? ਫਾਇਦਾ ਜਿਹੜਾ ਨਾ ਉਹ ਗਾਵਾਂ ਹੀ ਜ਼ਿਆਦਾ ਮਗਰ ਉਹਦਾ ਦੁੱਧ ਨਹੀਂ ਲੱਗਦਾ। ਠੀਕ ਹੈ। ਉਹਦੇ ਬੱਚਿਆਂ ਦਾ ਵੀ ਫਾਇਦਾ ਹੈ। ਠੀਕ ਹੈ। ਗਾਈਆਂ ਮੇਰੇ ਘਰ ਦੀਆਂ ਰੱਖੀਆਂ ਨੇ ਮੈਂ ਪਹਿਲੇ ਸੂਏ ਦੀ ਵੱਛੀ ਅੱਗੋਂ ਉਹੋ ਹੀ ਮਾਂ ਉਹਦੀ ਨਵੀਂ ਹੋਈ ਹੈ ਤੇ ਨਾਲ ਹੀ ਉਹ ਵੱਛੀ ਹੋ ਗਈ। ਠੀਕ ਹੈ। ਠੀਕ ਹੈ। ਇਹ ਸੂਈ ਹੈ ਸੂਏ ਵੱਛੀ ਚੋਂਗੜ ਹੈ ਨਹੀਂ ਸਮਝਦੀ ਗੱਲ। ਗਾਈ ਨਵੀਂ ਹੋਈ ਨਾਲ ਉਹ ਵੀ ਹੋ ਗਈ। ਠੀਕ ਹੈ। ਖੀਰੀ ਸੂ ਪਈ ਜੀ ਠੀਕ ਹੈ। ਕਾਮਨ ਗੱਲ ਹੈ ਕਿ ਗਾਈਆਂ 'ਚ ਜ਼ਿਆਦਾ ਫਾਇਦਾ ਹੁੰਦਾ ਲੇਕਿਨ ਦੁੱਧ ਨਹੀਂ ਲੱਗਦਾ ਤੇ ਫਿਰ ਫਾਇਦਾ ਕਿਸ ਤਰ੍ਹਾਂ ਰਿਹਾ? ਉਹਦੇ ਫਿਰ ਫਾਇਦਾ ਕਿਸ ਤਰ੍ਹਾਂ ਰਿਹਾ? ਫਾਇਦਾ ਇਸ ਤਰ੍ਹਾਂ ਰਿਹਾ ਕਿ ਉਹਨਾਂ ਦੀ ਸੇਵਾ ਨਹੀਂ ਕਰਨੀ ਪੈਂਦੀ ਜਿੰਨੀ ਮੱਝ ਦੀ ਕਰਨੀ ਪੈਂਦੀ ਹੈ। ਇੰਨੀ ਸਾਂਭ ਨਹੀਂ ਉਹਦੀ ਕਰਨੀ ਪੈਂਦੀ ਹਿਫਾਜ਼ਤ ਨਹੀਂ ਕਰਨੀ ਪੈਂਦੀ ਜਿੰਨੀ ਮੱਝ ਦੀ ਕਰਨੀ ਪੈਂਦੀ ਹੈ। ਉਹਦਾ ਜਿਹੜਾ ਵਿਚੜਾ ਦੇ ਵੱਛੀ ਦੇ ਬੱਚਾ ਦੇ ਉਹ ਸਾਲ ਤੋਂ ਉਹਨੂੰ ਕਾਇਮ ਹੋ ਜਾਂਦਾ। ਮੱਝ ਦਾ ਜਿਹੜਾ ਮਤਲਬ ਉਹ ਸਾਲ ਦਾ ਤਾਂ ਲੱਭਦਾ ਹੀ ਨਹੀਂ ਨਾ ਕੁਝ ਵੀ। ਮੱਝ ਦਾ ਤੇ ਸਾਲ ਦਾ ਤੇ ਬਣਦਾ ਹੀ ਕੁਝ ਨਹੀਂ ਇਹ ਚੀਜ਼। ਅੱਛਾ ਇੱਕ ਕੁਐਸਚਨ ਹੋਰ ਪੁੱਛਣਾ ਸੀ ਅੱਜ ਸਾਹਿਬ ਕਿ ਦੁੱਧ ਜਿਹੜਾ ਹੈ ਉਹ ਮੁਫੀਦ ਇਨਸਾਨ ਲਈ ਮੁਫੀਦ ਕਿਹੜਾ ਹੁੰਦਾ ਹੈ? ਮੱਝ ਦਾ ਦੁੱਧ ਸਹੀ ਰਹਿੰਦਾ ਹੈ ਜਾਂ ਗਾਏ ਦਾ? ਦੇਸੀ ਗਾਂ
ਬਾਅਦ ਜਿਹੜੀ ਵਿਲਾਇਤੀ ਗਾਂ ਦਾ ਨਹੀਂ, ਦੇਸੀ ਗਾਂ ਦਾ। ਦੇਸੀ ਗਾਂ ਅਗਰ ਉਸ ਬੱਚੇ ਨੂੰ ਗਾਂ ਦਾ ਜਾਂ ਬੱਕਰੀ ਦਾ ਦੁੱਧ ਦਿਓ, ਦੇਸੀ ਬੱਕਰੀ ਦੇਸੀ ਗਾਂ, ਤੁਹਾਡੇ ਮਾਸ਼ਰੇ 'ਚ ਉਹ ਬੱਚੇ ਦਾ ਜ਼ਿਹਨ ਨਹੀਂ ਰਲੇਗਾ ਕਿਸੇ ਨਾਲ। ਇੱਕ ਬੜੀ ਗੱਲ ਦੱਸੀ ਜੀ, ਚਲੋ ਹੋਰ ਕਿਤੇ ਨਹੀਂ, ਆਪਣੇ ਘਰ ਤੇ ਕਰਾਂਗੇ। ਬਹੁਤ ਸ਼ੁਕਰੀਆ ਅੰਕਲ ਜੀ, ਬੜੀ ਕਮਾਲ ਦੀ ਗੁਫ਼ਤਗੂ ਹੋਈ ਹੈ, ਬੜਾ ਮਜ਼ਾ ਆਇਆ। ਤੁਹਾਡਾ ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।